एक जैपनीज़ लड़की है, कोई स्टूडेंट है ओसाका यूनिवर्सिटी दी, ते ਇਹਦਾ स्टूडेंट कार्ड गुम हो गया। कार्ड मैनू इत्थों ਲੱਭਾ साइड तो। जापान ਦੇ ਵਿੱਚ ਅਗਰ ਤੁਹਾਨੂੰ ਕੋਈ ਚੀਜ਼ ਲੱਭਦੀ ਹੈ ਗੁਆਚੀ ਹੋਈ, ਤਾਂ ਉਹਦਾ ਤੁਸੀਂ ਕੀ ਕਰਦੇ ਹੋ ਉਹ ਮੈਂ ਤੁਹਾਨੂੰ ਦੱਸਾਂਗਾ। ਜਾਪਾਨ ਦੇ ਵਿੱਚ ਪਹਿਲੀ ਦਫਾ ਕੋਈ ਚੀਜ਼ ਮੈਨੂੰ ਕਿਸੇ ਦਾ ਕੋਈ ਆਈਡੀ ਕਾਰਡ ਮਿਲਿਆ ਕਿਸੇ ਲੜਕੀ ਦਾ ਨਾ, ਤੇ ਮੈਂ ਸੋਚਿਆ ਕਿ ਮੈਂ ਪੁਲਿਸ ਸਟੇਸ਼ਨ ਜਮ੍ਹਾਂ ਕਰਵਾਉਣਾ, ਤੇ ਉਹ ਮੇਰਾ ਵੈਰੀ ਫਸਟ ਐਕਸਪੀਰੀਅੰਸ ਸੀ 6 ਸਾਲਾਂ ਦੇ ਵਿੱਚ ਨਾ। ਮੈਂ ਸੋਚਿਆ ਕਿ ਮੈਂ ਵੇਖਣਾ ਵਾਂ ਤੇ ਫਿਰ ਤੁਹਾਡੇ ਨਾਲ ਸ਼ੇਅਰ ਵੀ ਕਰਾਂਗਾ ਕਿ ਕੀ ਹੁੰਦਾ। ਜਦੋਂ ਵੀ ਤੁਹਾਨੂੰ ਕੋਈ ਚੀਜ਼ ਲੱਭੇ ਜਾਪਾਨ ਦੇ ਵਿੱਚ, ਤੁਸੀਂ ਐਜ਼ ਅ ਟੂਰਿਸਟ ਹੋ ਜਾਂ ਕਿ ਜਾਪਾਨ 'ਚ ਰਹਿੰਦੇ ਹੋ, ਤੇ ਜਿੱਥੇ ਉਹ ਚੀਜ਼ ਲੱਭੀ ਹੈ ਉਸੇ ਜਗ੍ਹਾ ਦੇ ਕਿਤੇ ਕਰੀਬ ਤਰੀਨ ਪੁਲਿਸ ਸਟੇਸ਼ਨ ਵੇਖੋ। ਇਹ ਇੱਕ ਪੁਲਿਸ ਸਟੇਸ਼ਨ ਹੈ, ਖੋਬਾਨ ਇਹਨੂੰ ਜਾਪਾਨੀ 'ਚ ਕਹੀਦਾ। ਤੇ ਹੁਣ ਮੈਂ ਚੱਲਾਂ ਵਾਂ ਪੁਲਿਸ ਸਟੇਸ਼ਨ। ਇਹ ਛੋਟਾ ਜਿਹਾ ਇੱਥੇ ਖੋਬਾਨ ਹੁੰਦਾ, ਇੱਥੇ ਅੰਦਰ ਜਾ ਕੇ ਮੈਂ ਜਿਹੜਾ ਦੱਸਣਾ ਵਾ। ਇਹ ਇੱਕ ਪੁਲਿਸ ਵਾਲਾ ਰਫ ਕਾਗਜ਼ 'ਤੇ ਮੇਰੀ ਡਿਟੇਲ ਲਿਖ ਰਿਹਾ ਸਾਰੀ। ਉਸ ਤੋਂ ਬਾਅਦ ਕੰਪਿਊਟਰ ਦੇ ਵਿੱਚ ਇੰਦਰਾਜ ਕਰੇਗਾ। ਨਾਲ ਇੱਕ ਮਾਈ ਹੈ, ਇਹਨੂੰ ਵੀ ਪੈਸੇ ਲੱਭੇ ਨੇ ਸਟੇਸ਼ਨ ਤੋਂ ਜਮ੍ਹਾਂ ਕਰਾਉਣ ਆਈਏ। ਤੇ ਬੜਾ ਹੀ ਇੰਟਰਸਟਿੰਗ ਚੀਜ਼ ਹੋਈ ਮੇਰੇ ਨਾਲ, ਮੈਂ ਤੁਹਾਨੂੰ ਦੱਸਣਾ ਵਾ। ਪਹਿਲੇ ਮੈਂ ਉਹ ਕਾਰਡ ਲੈ ਕੇ ਉਹ ਪੁਲਿਸ ਸਟੇਸ਼ਨ ਗਿਆ। ਪੁਲਿਸ ਸਟੇਸ਼ਨ ਜਾ ਕੇ ਉਹਨਾਂ ਨੇ ਮੈਨੂੰ ਫੌਰਨ ਚੇਅਰ ਦਿੱਤੀ। ਉਹਨਾਂ ਨੇ ਕਿਹਾ ਬੈਠੋ, ਤੁਸੀਂ ਕੋਈ ਚੀਜ਼ ਤੁਹਾਨੂੰ ਲੱਭੀ? ਮੈਂ ਕਿਹਾ ਜੀ ਇਹ ਲੱਭੀ। ਫਿਰ ਉਹਨਾਂ ਨੇ ਮੇਰੇ ਕੋਲੋਂ ਪੁੱਛਿਆ ਕਿਹੜੀ ਜਗ੍ਹਾ ਤੋਂ ਲੱਭੀ ਹੈ, ਕਿਹੜੇ ਸਟਾਫ ਤੋਂ ਲੱਭੀ ਹੈ, ਕਿੰਨੇ ਵਜੇ ਲੱਭੀ ਹੈ, ਉਹ ਸਾਰਾ ਡਾਟਾ ਉਹਨਾਂ ਨੇ ਲਿਖਿਆ। ਫਿਰ ਉਹਨਾਂ ਨੇ ਮੇਰੇ ਕੋਲੋਂ 3 ਦਫਾ ਮਾਜ਼ਰਤ ਕੀਤੀ ਕਿ ਸੌਰੀ ਤੁਹਾਡਾ ਟਾਈਮ ਐਕਸਟਰਾ ਤੋਂ ਜ਼ਾਇਆ ਹੋ ਰਿਹਾ ਹੈ, ਸਿਰਫ 10 ਤੋਂ 15 ਮਿੰਟ 'ਚ ਅਸੀਂ ਤੁਹਾਨੂੰ ਫਾਰਗ ਕਰ ਦਿਆਂਗੇ। ਮੈਂ ਕਿਹਾ ਠੀਕ ਹੈ। ਉਹਨਾਂ ਨੇ ਕੰਪਿਊਟਰ 'ਤੇ ਦਰਜ ਕਰਕੇ ਫਿਰ ਨਾ ਇੱਕ ਛੋਟੇ ਜਿਹੇ ਕਾਗਜ਼ 'ਤੇ ਮੇਰਾ ਨਾਮ ਪਤਾ ਮੇਰਾ ਪੁੱਛਿਆ, ਠੀਕ ਹੈ। ਅਤੇ ਫਿਰ ਉਹਨਾਂ ਨੇ ਮੈਨੂੰ ਇੱਕ ਇਹ ਕਾਗਜ਼ ਦਿੱਤਾ, ਠੀਕ ਹੈ। ਦਿਖਾ ਰਹੇ ਹਾਂ ਕਿ ਇੱਥੇ ਨਾ ਇਹ ਕਾਗਜ਼ 'ਤੇ ਮੇਰਾ ਨਾਮ ਲਿਖਿਆ ਹੈ ਸ਼ੁਏਬ ਮੁਹੰਮਦ। ਮਤਲਬ ਇਹ ਕਿ ਕਾਗਜ਼ 'ਤੇ ਇਹ ਮੈਨੂੰ ਦਿੱਤਾ ਉਹਨਾਂ ਨੇ, ਕਿ ਇੱਕ ਕਾਪੀ ਸਾਡੇ ਕੋਲ ਰਹੇਗੀ, ਤੁਹਾਡੇ ਕੋਲ ਰਹੇਗੀ, ਤੁਸੀਂ ਇਹਨੂੰ ਸੱਟਣਾ ਸੱਟ ਦੇਣਾ, ਵੈਸੇ ਰਿਕਾਰਡ ਦੇ ਤੌਰ 'ਤੇ ਤੁਸੀਂ ਰੱਖਣਾ ਚਾਹੁੰਦੇ ਹੋ ਰੱਖ ਲਓ। ਫਿਰ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਚਾਹੁੰਦੇ ਹੋ ਕਿ ਉਹ ਬੰਦਾ ਜਿਹਦੀ ਇਹ ਚੀਜ਼ ਹੈ ਉਹ ਤੁਹਾਨੂੰ ਸ਼ੁਕਰੀਆ ਦਾ ਫ਼ੋਨ ਕਰੇ ਜਾਂ ਉਸੇ ਫ਼ੋਨ ਕਰਵਾਈਏ। ਅਤੇ ਉਦੋਂ ਮੈਨੂੰ ਇਹ ਪਤਾ ਲੱਗਾ ਮਜ਼ੀਦ ਰਿਸਰਚ ਕਰਨ 'ਤੇ ਕਿ ਉਹ ਬੰਦਾ, ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਸ਼ੁਕਰੀਆ ਅਦਾ ਹੋਵੇ, ਅਤੇ ਉਹ ਬੰਦਾ ਨਹੀਂ ਵੀ ਚਾਹੁੰਦਾ ਅਤੇ ਉਹਨੇ ਤੁਹਾਨੂੰ ਫ਼ੋਨ ਕਰਕੇ ਤੁਹਾਡਾ ਸ਼ੁਕਰੀਆ ਅਦਾ ਕਰਨਾ, ਠੀਕ ਹੈ। ਫਿਰ ਇੱਕ ਹੋਰ ਚੀਜ਼ ਦਾ ਪਤਾ ਲੱਗਾ ਕਿ ਜਦੋਂ ਤੁਹਾਨੂੰ ਪੈਸੇ ਲੱਭਦੇ ਨੇ, ਤੁਸੀਂ ਉਸ ਪੈਸੇ ਦੇ ਵਿੱਚੋਂ ਇਨਾਮ ਦੇ ਵੀ ਹੱਕਦਾਰ ਹੋ। ਅਗਰ ਤੁਸੀਂ ਕਹੋ ਨਾ ਕਿ ਇਸ ਪੈਸੇ ਦੇ ਵਿੱਚੋਂ ਮੈਨੂੰ ਕੁਝ ਸ਼ੇਅਰ ਚਾਹੀਦਾ, ਅਤੇ ਉਸ ਬੰਦੇ ਨੂੰ ਦੇਣਾ ਪਏਗਾ। ਬਹੁਤ ਜ਼ਿਆਦਾ ਨਹੀਂ, ਹੁਣ ਮੈਨੂੰ ਐਕੂਰੇਟ ਨਹੀਂ ਪਤਾ, ਐਵੇਂ ਗਲਤ ਗੱਲ ਹੋ ਜਾਣੀ ਹੈ, ਲੇਕਿਨ ਤੁਸੀਂ ਉਹਦੇ 'ਚੋਂ ਸ਼ੇਅਰ ਲੈ ਸਕਦੇ ਹੋ, ਠੀਕ ਹੈ। ਅਗਰ ਕੋਈ ਪੈਸੇ ਨੇ, ਉਹ ਕੋਈ ਯਾਨੀ ਕਿ ਕੋਈ ਬੰਦਾ ਲੈਣ ਨਹੀਂ ਆਇਆ, ਅਤੇ ਉਹ ਕੁਝ ਅਰਸੇ ਬਾਅਦ ਉਹ ਪੈਸੇ ਸਾਰੇ ਦੇ ਸਾਰੇ ਤੁਹਾਨੂੰ ਮਿਲ ਸਕਦੇ ਨੇ, ਕਿਉਂਕਿ ਇਹ ਆਈਡੀ ਕਾਰਡ ਸੀ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਆਈਡੀ ਕਾਰਡ ਹੈ ਕਿਸੇ ਦਾ, ਇਹ ਤੁਹਾਡੀ ਪ੍ਰੋਪਰਟੀ ਹੋ ਨਹੀਂ ਸਕਦੀ। ਇਸ ਵਜ੍ਹਾ ਤੋਂ ਤੁਸੀਂ ਇੱਥੇ ਇੱਕ ਜਗ੍ਹਾ 'ਤੇ ਸਾਈਨ ਕਰੋ ਕਿ ਅਗਰ ਕੋਈ ਬੰਦਾ ਨਾ ਲੈਣ ਆਇਆ ਤਾਂ ਤੁਹਾਨੂੰ ਇਹ ਚੀਜ਼ ਨਹੀਂ ਮਿਲੇਗੀ, ਕਿਉਂਕਿ ਇਹ ਤੁਹਾਡੇ ਨਾਲ ਇਹਦਾ ਲਿੰਕ ਨਹੀਂ ਹੈ ਕੋਈ। ਮੈਂ ਬੜਾ ਹੈਰਾਨ ਹੋਇਆ, ਮਤਲਬ ਹੈ ਕਿ ਇੱਕ ਚੀਜ਼ ਵਾਸਤੇ ਉਹਨਾਂ ਨੇ ਕਿੰਨਾ ਡਿਟੇਲ ਮੇਰੇ ਕੋਲੋਂ ਲਈ। ਅਤੇ ਮਜ਼ੀਦ ਇਹ ਪਤਾ ਲੱਗਾ ਕਿ ਪੂਰੇ ਜਾਪਾਨ ਦੇ ਵਿੱਚ ਇਹ ਡਾਟਾ ਨੈੱਟ ਦੇ ਉੱਤੇ ਚੜ੍ਹ ਗਿਆ। ਇਹ ਇੱਕ ਆਈਡੀ ਕਾਰਡ ਮੈਨੂੰ ਮਿਲਿਆ, ਉਹਦਾ ਡਾਟਾ ਪੂਰੇ ਨੈੱਟ ਦੇ ਉੱਤੇ ਚੜ੍ਹ ਗਿਆ। ਅਗਰ ਕਿ 500 ਕਿਲੋਮੀਟਰ ਦੂਰ ਵੀ ਉਹ ਬੰਦਾ ਕਿਧਰੇ ਰਹਿੰਦਾ, ਦੂਸਰੇ ਸ਼ਹਿਰ ਰਹਿੰਦਾ, ਉਹ ਆਪਣੇ ਸ਼ਹਿਰ ਦੇ ਵਿੱਚ ਆਪਣੀ ਸਿਰਫ ਇੱਕ ਰਿਪੋਰਟ ਦਰਜ ਕਰਾਏਗਾ ਕਿ ਇਸ ਨਾਂ ਦਾ ਆਈਡੀ ਕਾਰਡ ਮੇਰਾ ਇਹ ਗੁੰਮ ਹੋਇਆ ਹੈ, ਅਤੇ ਅਗਰ ਉਹ ਮਿਲਿਆ ਤਾਂ ਮੈਨੂੰ ਦੱਸਣਾ। ਅੱਜ ਹੀ ਆਈਡੀ ਕਾਰਡ ਜਿਹੜਾ ਐਂਟਰ ਹੋਇਆ, ਜਿਹੜਾ ਮੈਂ ਦੇ ਕੇ ਆਇਆ ਵਾਂ ਪੁਲਿਸ ਸਟੇਸ਼ਨ, ਅਗਰ ਉਹ ਜਿਹਦੀ ਲੜਕੀ ਹੈ ਜਿਹਨੇ ਅਗਰ ਰਿਪੋਰਟ ਕਰਵਾਈ ਹੋਏਗੀ ਕਿ ਮੇਰਾ ਆਈਡੀ ਕਾਰਡ ਗੁੰਮ ਗਿਆ, ਫ਼ੌਰਨ ਉਸ ਲੜਕੀ ਨੂੰ ਫ਼ੋਨ ਕਰਨਗੇ ਕਿ ਆ ਜਾ ਬਈ ਤੇਰਾ ਆਈਡੀ ਕਾਰਡ ਲੱਭ ਗਿਆ। ਉਹ ਫ਼ੌਰਨ ਆਪਣੇ ਉਸ ਪੁਲਿਸ ਸਟੇਸ਼ਨ ਦੇ ਕੋਲ ਜਾਏਗੀ ਅਤੇ ਆਪਣੀ ਚੀਜ਼ ਰਿਸੀਵ ਕਰੇਗੀ। ਅਤੇ ਉਸ ਤੋਂ ਬਾਅਦ ਅਗਰ ਉਹ ਮੈਨੂੰ ਥੈਂਕ ਯੂ ਕਰੇਗੀ, ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਜ਼ਬਰਦਸਤੀ ਮੈਂ ਨਹੀਂ ਥੈਂਕ ਯੂ ਕਰਵਾਉਣਾ। ਅਗਰ ਉਸ ਲੜਕੀ ਦਾ ਆਪਣਾ ਦਿਲ ਹੋਵੇ ਫ਼ੋਨ ਕਰਨ 'ਤੇ, ਅਤੇ ਉਹਨਾਂ ਨੇ ਮੇਰੇ ਕੋਲ ਨੰਬਰ ਲੈ ਲਿਆ, ਅਤੇ ਉਹਨਾਂ ਨੇ ਕਿਹਾ ਠੀਕ ਹੈ, ਤੁਹਾਨੂੰ ਉਸ ਲੜਕੀ ਅਗਰ ਉਹਦੀ ਦਿਲ ਹੋਏਗਾ ਉਹ ਤੁਹਾਡਾ ਨੰਬਰ ਲੈ ਕੇ ਤੁਹਾਨੂੰ ਥੈਂਕ ਯੂ ਕਹਿਣਾ ਚਾਹੇਗੀ, ਅਤੇ ਉਹਦੀ ਮਰਜ਼ੀ ਹੈ। ਅਤੇ ਮੈਂ ਕਿਹਾ ਠੀਕ ਹੈ, ਕੋਈ ਮਸਲਾ ਨਹੀਂ। ਅਤੇ ਇਹ ਆਪਣੇ ਆਪ 'ਚ ਬੜਾ ਇੱਕ ਅੱਛਾ ਐਕਸਪੀਰੀਅੰਸ ਰਿਹਾ। ਯਾਨੀ ਕਿ ਜਾਪਾਨ ਦੇ ਵਿੱਚ ਚੀਜ਼ ਗੁਆਚ ਜਾਂਦੀ ਹੈ ਅਤੇ ਮੋਰ ਦੈਨ 90% ਚਾਂਸਿਸ ਨੇ ਕਿ ਤੁਹਾਨੂੰ ਮਿਲ ਜਾਏ। ਅਗਰ ਤੇ ਉਹ ਪੈਸੇ ਨਹੀਂ ਨਾ ਹੈ, ਅਤੇ ਫਿਰ ਤਾਂ ਤੁਹਾਨੂੰ 100% ਉਹ ਚੀਜ਼ ਮਿਲ ਸਕਦੀ ਹੈ, ਕੀਮਤੀ ਹੈ ਅਗਰ ਚੀਜ਼ ਨਾ। ਅਤੇ ਅਗਰ ਉਹ ਪੈਸੇ ਨੇ, ਤਾਂ ਪੈਸੇ ਥੋੜ੍ਹਾ ਜਿਹਾ, ਕੋਈ ਫੋਰਨਰ ਵੀ ਬਹੁਤ ਜ਼ਿਆਦਾ ਰਹਿੰਦੇ ਨੇ, ਅਤੇ ਸਾਰੇ ਫੋਰਨਰ ਹੀ ਨਹੀਂ ਗਲਤ, ਜਾਪਾਨੀ ਵੀ ਗਲਤ ਨੇ, ਭੁੱਖੇ ਨੰਗੇ ਇੱਥੇ ਜਾਪਾਨੀ ਵੀ ਹੁੰਦੇ ਨੇ। ਫਿਰ ਕਈ ਜਾਪਾਨੀ ਇਸ ਤਰ੍ਹਾਂ ਵੀ ਕਰਦੇ ਨੇ ਕਿ ਉਹਨੂੰ ਬਟਵਾ ਮਿਲਦਾ ਅਤੇ ਉਹ ਬਟਵੇ 'ਚੋਂ ਪੈਸੇ ਕੱਢ ਲੈਂਦੇ ਨੇ ਅਤੇ ਬਟਵਾ ਸੁੱਟ ਦਿੰਦੇ ਨੇ। ਅਤੇ ਫਿਰ ਉਹ ਕੋਈ ਹੋਰ ਬੰਦਾ, ਜਿਸ ਤਰ੍ਹਾਂ ਮੈਨੂੰ ਅੱਜ ਆਈਡੀ ਕਾਰਡ ਲੱਭਿਆ, ਕੋਈ ਹੋਰ ਬੰਦਾ ਉਹਨੂੰ ਫੜ ਕੇ ਜਾ ਕੇ ਪੁਲਿਸ ਸਟੇਸ਼ਨ ਜਮ੍ਹਾਂ ਕਰਾ ਆਉਂਦਾ। ਅਤੇ ਲੇਕਿਨ ਅਮੂਮਨ 90% ਚਾਂਸ, ਮੋਰ ਦੈਨ 90% ਕਿ ਤੁਹਾਨੂੰ ਗੁਆਚੀ ਹੋਈ ਚੀਜ਼ ਜਾਪਾਨ 'ਚੋਂ ਮਿਲ ਜਾਂਦੀ ਹੈ।